एक ओंकार सतनाम करता पुरख निरपौ निर्वैर अकाल मूरत अजूनी सैभम गुर प्रसाद जप आद सच जुगाद सच है भी सच नानक होसी भी सच। वाहे गुरु वाहे गुरु वाहे गुरु वाहे। More than 550 years ago, Shri Guru Nanak Sahib walked on this earth and uplifted the spiritual and social condition of humanity. He emphasized on the three principles, namely, Kirat Karo, earn your bread with honesty and hard work. Naam Japo, meditate on the one Almighty Lord, chant His name and sing His praises. And Vand Chako, share your resources and wealth with others, especially those in need. Guru Vahe Guru Vahe Guru। Dhan Dhan Baba Nand Singh Ji, Shri Nanak Sir Kalera Wale, and one of his disciples, Shri Hazur Dhan Dhan Baba Miha Singh Ji, Shri Nanak Sir Syar Sahib Wale, guarded Shri Guru Nanak Sahib's philosophy and devoted their entire life, living through Guru Nanak Sahib's principles, and continued to spread his message worldwide. Today, we take a glance on the life of another pious and holy soul, Subedar Surjit Singh Ji, Pitaji, who walked on the footsteps of his Piro Murshid and devoted his entire life spreading the message of Shri Guru Nanak Sahib. नानक तिना बसंत है, नानक तिना बसंत है, नानक तिना बसंत है।
ਏਕ ਓਂਕਾਰ ਸਤਿਗੁਰ ਪ੍ਰਸਾਦ। ਧੰਨ ਧੰਨ ਬਾਬਾ ਨੰਦ ਸਿੰਘ ਜੀ ਸ਼੍ਰੀ ਨਾਨਕਸਰ ਕਲੇਰਾਂ ਵਾਲਿਆਂ ਤੋਂ ਵਰਸਾਏ। ਧੰਨ ਧੰਨ ਬਾਬਾ ਮੀਹਾ ਸਿੰਘ ਜੀ ਸਿਆੜ ਸਾਹਿਬ ਵਾਲਿਆਂ ਦੇ ਅਨਿੰਨ ਸੇਵਕ ਸੂਬੇਦਾਰ ਸੁਰਜੀਤ ਸਿੰਘ ਜੀ ਸਿੱਧੂ ਪਿਤਾ ਜੀ ਦੇ ਜੀਵਨ ਦੀਆਂ ਕੁਝ ਅਨਮੋਲ ਝਲਕੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਵਾਕ ਹੈ ਜੀ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਗੁਰੂ ਪਿਆਰੀ ਸਾਧ ਸੰਗਤ ਜੀ, ਅਗਲੇ ਕੁਝ ਪਲਾਂ ਵਿੱਚ ਅਸੀਂ ਇੱਕ ਅਜਿਹੀ ਸ਼ਖਸੀਅਤ ਤੋਂ ਜਾਣੂ ਹੋਵਾਂਗੇ ਜਿਨ੍ਹਾਂ ਦੇ ਜੀਵਨ ਤੇ ਉਪਰੋਕਤ ਗੁਰਬਾਣੀ ਦੀਆਂ ਪੰਕਤੀਆਂ ਪੂਰੀ ਤਰ੍ਹਾਂ ਢੁਕਦੀਆਂ ਹਨ। ਕੌਣ ਜਾਣਦਾ ਸੀ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ 40 ਕਿਲੋਮੀਟਰ ਦੀ ਦੂਰੀ ਤੇ ਮੋਗੇ ਵੱਲ ਨੂੰ ਜਾਂਦੇ ਹੋਏ ਸ਼੍ਰੀ ਨਾਨਕਸਰ ਕਲੇਰਾਂ ਤੋਂ 13 ਕਿਲੋਮੀਟਰ ਦੀ ਵਿੱਥ ਤੇ ਵਸੇ ਹੋਏ ਪਿੰਡ ਦੌਦਰ ਸ਼ਰਕੀ ਵਿਖੇ ਇੱਕ ਜੱਟ ਜ਼ਿਮੀਂਦਾਰ ਪਿਤਾ ਸਰਦਾਰ ਜਗਤ ਸਿੰਘ ਜੀ ਅਤੇ ਮਾਤਾ ਹਰਨਾਮ ਕੌਰ ਜੀ ਦੇ ਘਰ ਜਨਮੇ ਦੋਵੇਂ ਪੁੱਤਰ ਸਰਦਾਰ ਪ੍ਰੀਤਮ ਸਿੰਘ ਅਤੇ ਸਰਦਾਰ ਸੁਰਜੀਤ ਸਿੰਘ ਨੂੰ ਮਾਤਾ ਦਾ ਲਗਾਇਆ ਗੁਰਸਿੱਖੀ ਦਾ ਜਾਗ ਐਸਾ ਪ੍ਰਫੁੱਲਤ ਹੋਵੇਗਾ ਕਿ ਉਹਨਾਂ ਦੇ ਜੀਵਨ ਤੇ ਭਾਈ ਗੁਰਦਾਸ ਜੀ ਦੇ ਬਚਨ ਇਸ ਕਲਯੁਗ ਵਿੱਚ ਇੱਕ ਵਾਰ ਫਿਰ ਸੱਚ ਹੋਣਗੇ। ਘਰ ਘਰ ਅੰਦਰ ਧਰਮਸਾਲ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ, ਹੋਵੇ ਕੀਰਤਨ ਸਦਾ ਵਸੋਆ। ਘਰ ਘਰ ਅੰਦਰ ਧਰਮਸਾਲ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ। ਨਿੱਕੇ ਨਿੱਕੇ ਬੱਚਿਆਂ ਦੇ ਹੱਥਾਂ ਨੂੰ ਫੜੀ ਹਰ ਰੋਜ਼ ਗੁਰੂ ਘਰ ਜਾਂਦੀ ਇਸ ਗੁਰਸਿੱਖ ਬੀਬੀ ਦੀ ਆਪਣੇ ਦੋਨੇ ਪੁੱਤਰਾਂ ਦੇ ਗੁਰਸਿੱਖ ਹੋਣ ਦੀ ਅਰਦਾਸ ਤਾਂ ਗੁਰੂ ਸਾਹਿਬ ਨੇ ਪੂਰੀ ਕਰਨੀ ਹੀ ਸੀ। ਘਰ ਘਰ ਅੰਦਰ ਧਰਮਸਾਲ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ, ਹੋਵੇ ਕੀਰਤਨ ਸਦਾ ਵਸੋਆ। ਘਰ ਘਰ ਅੰਦਰ ਧਰਮਸਾਲ। गुरु वाक है जी, हम मैले तुम उजल करते, हम निर्गुण तू दाता, हम मूरख तुम चतुर सियाणे, तू सरब कला का ज्ञाता। माधो हम ऐसे तू ऐसा, हम पापी तुम पाप खंडन, नीको ठाकुर देसा। ਨਗਰ ਦੌਦਰ ਵਿਖੇ ਅੰਨਿਆਂ ਦਾ ਇੱਕ ਡੇਰਾ ਹੈ ਜਿੱਥੇ ਉਹਨਾਂ ਨੂੰ ਗੁਰਬਾਣੀ ਸੰਥਿਆ ਅਤੇ ਕੀਰਤਨ ਕਰਨਾ ਸਿਖਾਇਆ ਜਾਂਦਾ ਹੈ। ਸੂਬੇਦਾਰ ਸੁਰਜੀਤ ਸਿੰਘ ਜੀ ਦੇ ਮਾਤਾ ਜੀ ਇਹਨਾਂ ਨੂੰ ਅਤੇ ਇਹਨਾਂ ਦੇ ਵੱਡੇ ਭਰਾ
ਭਾਈ ਪ੍ਰੀਤਮ ਸਿੰਘ ਨੂੰ ਸਵੇਰੇ ਸ਼ਾਮ ਦੋਵੇਂ ਵਕਤ ਆਪਣੇ ਨਾਲ ਉਸ ਡੇਰੇ ਵਿਖੇ ਮੱਥਾ ਟੇਕਣ ਲਈ ਲੈ ਕੇ ਜਾਂਦੇ ਹੁੰਦੇ ਸਨ ਅਤੇ ਇਹ ਸਿੱਖਿਆ ਦਿੰਦੇ, ਮੱਥਾ ਟੇਕੋ, ਸੱਚ ਬੋਲੋ ਅਤੇ ਦੇਸ ਕੌਮ ਨੂੰ ਪਿਆਰ ਕਰੋ। 9-10 ਸਾਲ ਦੀ ਛੋਟੀ ਉਮਰ ਵਿੱਚ ਇਹਨਾਂ ਦੇ ਮਾਤਾ ਜੀ ਗੁਜ਼ਰ ਗਏ ਸਨ। ਵੱਡੇ ਭਰਾ ਪ੍ਰੀਤਮ ਸਿੰਘ ਜੀ ਤਾਂ ਗੁਰਬਾਣੀ ਨਾਲ ਜੁੜੇ ਹੋਏ ਸਨ ਅਤੇ ਪਾਠ ਵੀ ਕਰਦੇ ਹੁੰਦੇ ਸਨ, ਪਰ ਉਹਨਾਂ ਦਿਨਾਂ ਵਿੱਚ ਪੰਜਾਬ ਅੰਦਰ ਕਮਿਊਨਿਸਟਾਂ ਦਾ ਜ਼ਿਆਦਾ ਬੋਲਬਾਲਾ ਹੋਣ ਕਰਕੇ ਆਪ ਜੀ ਦੇ ਖਿਆਲ ਕਮਿਊਨਿਸਟਾਂ ਵਾਲੇ ਹੋ ਗਏ। ਮਾਤਾ ਜੀ ਦੀ ਦਿੱਤੀ ਸਿੱਖਿਆ ਤੋਂ ਦੇਸ਼ ਕੌਮ ਦੀ ਸੇਵਾ ਲਈ ਆਪ ਜੀ ਨੇ ਫੌਜ ਦੀ ਨੌਕਰੀ ਕਰਨ ਲਈ ਮਨ ਬਣਾਇਆ। ਵੱਡਾ ਭਰਾ ਭਾਈ ਪ੍ਰੀਤਮ ਸਿੰਘ ਬਿਮਾਰ ਹੋ ਗਿਆ। ਉਹਨਾਂ ਦਿਨਾਂ ਵਿੱਚ ਸੂਬੇਦਾਰ ਸੁਰਜੀਤ ਸਿੰਘ ਜੀ ਕਸ਼ਮੀਰ ਵਿੱਚ ਨਿਯੁਕਤ ਸਨ। ਮਾਇਆ ਦਾ ਮਾਣ ਸੀ, ਸੋਚਿਆ ਮਾਇਆ ਦੇ ਜ਼ੋਰ ਤੇ ਇਲਾਜ ਕਰਵਾ ਲਵਾਂਗਾ, ਪਰੰਤੂ ਮਾਇਆ ਦੇ ਜ਼ੋਰ ਨਾਲ ਵੀ ਉਹ ਰਾਜ਼ੀ ਨਾ ਹੋਇਆ। ਮਨ ਬਹੁਤ ਦੁਖੀ ਅਤੇ ਵਿਆਕੁਲ ਰਹਿਣ ਲੱਗਾ। ਰਿਸ਼ਤੇਦਾਰ, ਸਭ ਦੋਸਤ ਮਿੱਤਰ ਅਫਸੋਸ ਕਰਕੇ ਚਲੇ ਗਏ। ਵੱਡੇ ਭਰਾ ਦੇ ਰੱਖੇ ਹੋਏ ਗੁਟਕਾ ਸਾਹਿਬ ਦੇਖਣੇ ਸ਼ੁਰੂ ਕੀਤੇ। ਉਹਨਾਂ ਦੇ ਸਫੇ ਪਲਟਨੇ ਸ਼ੁਰੂ ਕੀਤੇ। ਕੋਈ ਪੂਰਬ ਲਾ ਪੁੰਨ ਜਾਗਿਆ, ਮਨ ਨੇ ਪਲਟਾ ਖਾਦਾ ਤੇ ਗੁਰਸਿੱਖੀ ਵੱਲ ਲੱਗਣ ਲੱਗੀ। ਧੰਨ ਧੰਨ ਸ੍ਰੀ ਹਜ਼ੂਰ ਬਾਬਾ ਮੀਹਾਂ ਸਿੰਘ ਜੀ ਦਾ ਬਚਨ ਹੈ ਕਿ ਕੁਰਬਾਨੀ ਪੜਨ ਨਾਲ ਮਹਾਂਪੁਰਖਾਂ ਦਾ ਮਿਲਾਪ ਹੋ ਜਾਂਦਾ ਹੈ। ਉਹਨਾਂ ਮਹਾਂਪੁਰਖਾਂ ਕੋਲੋਂ ਤੁਹਾਡੇ ਜੀਵਨ ਦਾ ਉਧਾਰ ਹੋਣਾ ਹੁੰਦਾ ਹੈ। ਗੁਰੂ ਵਾਕ ਹੈ ਜੀ, ਦੁਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ। ਪਾਠ ਕਰਨਾ ਆਰੰਭ ਕੀਤਾ। ਛੇਤੀ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਫਰੀ ਸਰੂਪ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾ ਕੇ ਖਰੀਦ ਕਰਕੇ ਲਿਆਂਦਾ ਅਤੇ ਉਸ ਤੋਂ ਪਾਠ ਕਰਨਾ ਆਰੰਭ ਕੀਤਾ। ਦੇਵਨੇਤ ਹਲਵਾਰੇ ਦੀ ਬਦਲੀ ਹੋ ਗਈ। ਹਲਵਾਰਾ ਵਿਖੇ ਡਿਊਟੀ ਤੇ ਹਾਜ਼ਰ ਹੋ ਗਏ। ਇੱਕ ਦਿਨ ਇੱਕ ਮਿੱਤਰ ਕਹਿਣ ਲੱਗਾ, ਚੱਲ ਬਈ ਤੈਨੂੰ ਇੱਕ ਜੱਟ ਸਾਧੂ ਦੇ ਦਰਸ਼ਨ ਕਰਾਈਏ। ਕੱਲ ਪਰਸੋਂ ਹੀ ਹਲ ਵਾਉਂਦਾ ਸਾਧ ਬਣਿਆ ਹੈ। ਸ੍ਰੀ ਹਜ਼ੂਰ ਧੰਨ ਧੰਨ ਬਾਬਾ ਮੀਹਾਂ ਸਿੰਘ ਜੀ ਸਿਆੜ ਸਾਹਿਬ ਵਾਲਿਆਂ ਦਾ ਆਸਨ ਉਹਨਾਂ ਦਿਨਾਂ ਵਿੱਚ ਨਗਰ ਆਂਡਲੂ ਵਿਖੇ ਸੀ। ਉਹ ਮਿੱਤਰ ਅਤੇ ਸੂਬੇਦਾਰ ਸੁਰਜੀਤ ਸਿੰਘ ਜੀ ਸ੍ਰੀ ਹਜ਼ੂਰ ਧੰਨ ਧੰਨ ਬਾਬਾ ਮੀਹਾਂ ਸਿੰਘ ਜੀ ਦੇ ਦਰਸ਼ਨ ਕਰਨ ਲਈ ਨਗਰ ਆਂਡਲੂ ਵਿਖੇ ਪਹੁੰਚ ਗਏ। ਅੱਗੇ ਸ੍ਰੀ ਹਜ਼ੂਰ ਧੰਨ ਧੰਨ ਬਾਬਾ ਮੀਹਾਂ ਸਿੰਘ ਜੀ ਕੁਰਸੀ ਤੇ ਬਿਰਾਜੇ ਹੋਏ ਸਨ। ਬਾਬਾ ਜੀ ਕੋਲ 4-5 ਕੁ ਸਰੀਰ ਹੋਰ ਬੈਠੇ ਸਨ, ਜਿਨ੍ਹਾਂ ਨਾਲ ਉਹ ਖੇਤੀ ਦੀਆਂ ਵਿਚਾਰਾਂ ਕਰ ਰਹੇ ਸਨ। ਇਹ ਦੋਵੇਂ ਹੀ ਨਮਸਕਾਰ ਕਰਕੇ ਬੈਠ ਗਏ ਤੇ ਬਾਬਾ ਜੀ ਨੇ ਬਚਨ ਸ਼ੁਰੂ ਕੀਤੇ। ਸ੍ਰੀ ਹਜ਼ੂਰ ਧੰਨ ਧੰਨ ਬਾਬਾ ਮੀਹਾਂ ਸਿੰਘ ਜੀ ਨੇ ਬਚਨ ਕੀਤੇ, ਮਨੁੱਖ ਕਾਰ ਵਿਹਾਰ ਵਿੱਚ ਹੀ ਫਸਿਆ ਰਹਿੰਦਾ ਹੈ। ਮਨੁੱਖਾ ਜਨਮ ਪਰਮਾਤਮਾ ਦੀ ਪ੍ਰਾਪਤੀ ਲਈ ਮਿਲਿਆ ਹੈ। ਬਾਬਾ ਜੀ ਦਾ ਮਨ ਇਸੇ ਗੱਲ ਵਿੱਚ ਲੱਗਿਆ ਰਹਿੰਦਾ ਸੀ ਕਿ ਗ੍ਰਹਿਸਥ ਪਰਮਾਰਥ ਦੇ ਰਾਹ ਤੇ ਚੱਲਣ ਲਈ ਇੱਕ ਵੱਡੀ ਰੁਕਾਵਟ ਹੈ। ਬਾਬਾ ਜੀ ਨੇ ਸੋਚਿਆ, ਗ੍ਰਹਿਸਥ ਤੋਂ ਛੁਟਕਾਰਾ ਪਾ ਕੇ ਭਜਨ ਬੰਦਗੀ ਕਰੀਏ। ਜਦੋਂ ਸ੍ਰੀ ਹਜ਼ੂਰ ਬਾਬਾ ਮੀਹਾਂ ਸਿੰਘ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਦਰਸ਼ਨ ਕਰਨ ਗਏ ਤੇ ਉੱਥੇ ਬਾਬਾ ਨੰਦ ਸਿੰਘ ਜੀ ਨੇ ਵੀ ਇਹੀ ਬਚਨ ਕੀਤੇ, ਭਾਈ ਕਲਯੁਗ ਵਿੱਚ ਜੋ ਵਿਅਕਤੀ ਪਰਮਾਤਮਾ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ, ਉਹ ਗ੍ਰਹਿਸਥ ਨੂੰ ਤਿਆਗ ਕੇ ਨਹੀਂ ਕਰ ਸਕਦਾ। ਕੋਈ ਲੱਖਾਂ ਕਰੋੜਾਂ ਵਿੱਚੋਂ ਇੱਕ ਅੱਧਾ ਹੁੰਦਾ ਹੈ ਜਿਸ ਨੂੰ ਦਰਗਾਹੋਂ ਹੁਕਮ ਹੁੰਦਾ ਹੈ ਗ੍ਰਹਿਸਥ ਤੋਂ ਬਾਹਰ ਜਪ ਤਪ ਕਰੇ। ਇਸ ਤੋਂ ਪਿੱਛੋਂ ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ ਇਹ ਤੁਕ ਦੁਹਰਾਈ, ਮੈਂ ਜਾਣਿਓ ਮਨ ਮਰ ਗਇਓ, ਅਜੇ ਸੁਮਰਿਓ ਨਾ ਹੈ, ਬਰਖਾ ਪਵੇ ਕੁਸੰਗ ਕੀ, ਡੱਡੂ ਜਿਉ ਵਿਰੜਾ ਹੈ। ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ ਬਹੁਤ ਵਿਸਥਾਰ ਪੂਰਵਕ ਇਹਨਾਂ ਸਤਰਾਂ ਦੀ ਵਿਆਖਿਆ ਕੀਤੀ।
ਜੇਕਰ ਡੱਡੂ ਪਾਣੀ ਤੋਂ ਬਾਹਰ ਮਰ ਜਾਏ ਅਤੇ ਉਸ ਦੀ ਸੁਰਤ ਪਾਣੀ ਵਿੱਚ ਹੀ ਰਹੇ, ਉਸ ਮਰੇ ਹੋਏ ਡੱਡੂ ਦੇ ਜੇ ਛੋਟੇ-ਛੋਟੇ ਕਿਣਕੇ ਕਰ ਦਿੱਤੇ ਜਾਣ ਤੇ ਸਾਵਣ ਭਾਦੋਂ ਦੇ ਮਹੀਨੇ ਵਿੱਚ ਜਦੋਂ ਵਰਖਾ ਹੁੰਦੀ ਹੈ, ਉਹਨਾਂ ਛੋਟੇ-ਛੋਟੇ ਕਿਣਕਿਆਂ ਨੂੰ ਵਰਖਾ ਵਿੱਚ ਸੁੱਟ ਦਈਏ ਤਾਂ ਬੇਅੰਤ ਡੱਡੂ ਪੈਦਾ ਹੋ ਜਾਣਗੇ। ਇਸ ਕਰਕੇ ਜਿਸ ਨੇ ਭਜਨ ਬੰਦਗੀ ਕਰਨੀ ਹੈ, ਉਹ ਗ੍ਰਹਿਸਥ ਵਿੱਚ ਰਹਿੰਦੇ ਹੋਏ ਹੀ ਭਜਨ ਬੰਦਗੀ ਕਰੇ। ਸ੍ਰੀ ਹਜ਼ੂਰ ਧੰਨ ਧੰਨ ਬਾਬਾ ਮੀਆਂ ਸਿੰਘ ਜੀ ਨੇ ਬਾਬਾ ਨੰਦ ਸਿੰਘ ਜੀ ਦੇ ਇਹ ਬਚਨ ਸੁਣਾਏ ਤੇ ਬਚਨ ਕੀਤਾ ਕਿ ਮਹਾਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ ਮੇਰੇ ਪ੍ਰਤੀ ਹੀ ਇਹ ਬਚਨ ਕੀਤੇ ਹਨ। ਗੁਰੂ ਵਾਕ ਹੈ ਜੀ, ਪਰਥਾਈ ਸਾਖੀ ਮਹਾਪੁਰਖ ਬੋਲਦੇ, ਸਾਜੀ ਸਗਲ ਜਹਾਨੈ, ਗੁਰਮੁਖ ਹੋਏ ਸੋ ਪਾਉ ਕਰੇ, ਆਪਣਾ ਆਪ ਪਛਾਣੈ। ਸੂਬੇਦਾਰ ਸੁਰਜੀਤ ਸਿੰਘ ਜੀ ਨੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਇਹ ਬਚਨ ਸ੍ਰੀ ਹਜ਼ੂਰ ਸਿਆੜ ਸਾਹਿਬ ਵਾਲੇ ਬਾਬਾ ਜੀ ਦੀ ਮੁਬਾਰਕ ਰਸਨਾ ਤੋਂ ਸੁਣ ਕੇ ਇਹ ਸੋਚ ਲਿਆ ਕਿ ਬਾਬਾ ਜੀ ਨੇ ਉਹਨਾਂ ਲਈ ਹੀ ਇਹ ਬਚਨ ਕੀਤੇ ਹਨ ਅਤੇ ਹੁਣ ਗ੍ਰਹਿਸਥ ਨਹੀਂ ਤਿਆਗਣਾ ਹੈ ਅਤੇ ਇਸ ਦੇ ਅੰਦਰ ਰਹਿ ਕੇ ਹੀ ਪ੍ਰਭੂ ਦਾ ਸਿਮਰਨ ਕਰਨਾ ਹੈ। ਇਸ ਉਪਰੰਤ ਸੂਬੇਦਾਰ ਸੁਰਜੀਤ ਸਿੰਘ ਜੀ ਹਰ ਰੋਜ਼ ਨਗਰ ਹਲਵਾਰਾ ਤੋਂ ਨਗਰ ਆਂਡਲੂ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਲੱਗ ਗਏ। ਇਸ ਤਰ੍ਹਾਂ ਜੇਕਰ ਦੀਵਾਨ ਅਸਥਾਨ ਨੇੜੇ ਹੁੰਦਾ ਤਾਂ ਹਰ ਰੋਜ਼ ਚਲੇ ਜਾਂਦੇ। ਨਾਨਕ ਸੋਧੈ ਸਿਮਰਤ ਵੇ, ਨਾਨਕ ਸੋਧੈ ਸਿਮਰਤ ਵੇਦਾ, ਪਾਰ ਬ੍ਰਹਮ ਗੁਰ ਨਾਹੀ ਭੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਨਾਹੀ ਕੋਈ ਤੇ ਮੇਰੇ ਜੈਸਾ, ਨਾਹੀ ਕੋਈ ਤੇ ਮੇਰੇ ਜੈਸਾ। ਇੱਕ ਵਾਰ ਦਾ ਜ਼ਿਕਰ ਹੈ ਜੀ, ਸੂਬੇਦਾਰ ਸੁਰਜੀਤ ਸਿੰਘ ਜੀ ਨਗਰ ਰਾਏਕੋਟ ਵਿਖੇ ਦੀਵਾਨ ਵਿੱਚ ਹਾਜ਼ਰੀ ਭਰਨ ਗਏ। ਜੇਬ ਵਿੱਚ ਠੇਕੇਦਾਰ ਵੱਲੋਂ ਮਿਲੀ ਹੋਈ ਪ੍ਰਤੀਸ਼ਤ ਰਕਮ ਦੀ ਕਾਫੀ ਰਕਮ ਪਾਈ ਹੋਈ ਸੀ ਤੇ ਜੇਬ ਚੰਗੀ ਭਾਰੀ ਵੀ ਸੀ। ਸੂਬੇਦਾਰ ਸੁਰਜੀਤ ਸਿੰਘ ਜੀ ਨੂੰ ਇੰਜ ਜਾਪਿਆ ਜਿਵੇਂ ਇੱਕਦਮ ਬਾਬਾ ਜੀ ਨੇ ਚਲਦੇ ਬਚਨਾਂ ਦਾ ਕਾਂਟਾ ਬਦਲ ਦਿੱਤਾ ਹੈ
ਅਤੇ ਗੁਰੂ ਬਾਣੀ ਵਿੱਚੋਂ ਇਹ ਤੁਕ ਉਚਾਰਨ ਕੀਤੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾ ਪਰੇ ਜਾ ਮੁਰਦਾਰ ਨਾ ਖਾਏ। ਸੂਬੇਦਾਰ ਸੁਰਜੀਤ ਸਿੰਘ ਦੇ ਮਨ ਨੂੰ ਬਹੁਤ ਠੇਸ ਪਹੁੰਚੀ। ਮਨ ਨੇ ਅਜਿਹੀ ਕਮਾਈ ਨੂੰ ਬਹੁਤ ਲਾਹਨਤ ਪਾਈ। ਦੀਵਾਨ ਦੀ ਸਮਾਪਤੀ ਤੋਂ ਪਿੱਛੋਂ ਰਾਤ ਨੂੰ ਘਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ ਕਰਨ ਸਮੇਂ ਬਹੁਤ ਰੁਦਨ ਕੀਤਾ ਅਤੇ ਬਾਬਾ ਜੀ ਕੋਲ ਅਰਜ਼ੋਈ ਕੀਤੀ ਕਿ ਇਹ ਮੁਰਦਾਰ ਆਪ ਹੀ ਕਿਰਪਾ ਕਰਕੇ ਛੁਡਾ ਲਓ, ਮੇਰੇ ਕੋਲੋਂ ਤਾਂ ਨਹੀਂ ਛੁੱਟਣਾ ਹੈ। ਸੱਚੇ ਪਾਤਸ਼ਾਹ ਮੇਰੀ ਬਖਸ਼ੋ ਖਤਾ ਮੈਨੇ ਮਾਣਾ, ਤੂੰ ਬੇਅੰਤ ਤੇਰਾ ਅੰਤ ਨਾ ਜਾਣਾ। ਸੱਚੇ ਪਾਤਸ਼ਾਹ ਮੇਰੀ ਬਖਸ਼ੋ ਖਤਾ ਮੈਨੇ ਮਾਣਾ, ਤੂੰ ਬੇਅੰਤ ਤੇਰਾ ਅੰਤ ਨਾ ਜਾਣਾ। ਦੀਨ ਛੋੜ ਦੁਨੀ ਸੰਗ ਲਾਗਾ, ਨਾਮ ਨਾ ਜਪਿਆ ਤੇਰਾ ਮੈਂ ਅਭਾਗਾ। ਦੀਨ ਛੋੜ ਦੁਨੀ ਸੰਗ ਲਾਗਾ, ਨਾਮ ਨਾ ਜਪਿਆ ਤੇਰਾ ਮੈਂ ਅਭਾਗਾ। ਕੋਈ ਗੁਣ ਨਾ ਪਲੇ ਨਰਕ ਨਾ ਮੈਨੂੰ ਚਲੇ, ਬਿਰਦ ਪਛਾਣਾ ਤੂੰ ਬੇਅੰਤ ਤੇਰਾ। ਜੂਨ 1965 ਵਿੱਚ ਸ੍ਰੀ ਹਜ਼ੂਰ ਧੰਨ ਧੰਨ ਬਾਬਾ ਮੀਹਾਂ ਸਿੰਘ ਜੀ ਦੀ ਸੰਗਤ ਨਾਲ ਸੂਬੇਦਾਰ ਸੁਰਜੀਤ ਸਿੰਘ ਜੀ ਵੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਗਏ। ਸੂਬੇਦਾਰ ਸੁਰਜੀਤ ਸਿੰਘ ਜੀ ਸ੍ਰੀ ਹਜ਼ੂਰ ਬਾਬਾ ਜੀ ਦੇ ਪਿੱਛੇ ਪਿੱਛੇ ਸ਼ਰਧਾ ਨਾਲ ਤੁਰੇ ਜਾ ਰਹੇ ਸਨ। ਇੱਕ ਫੌਜੀ ਸਿੰਘ ਨੇ ਸੂਬੇਦਾਰ ਸੁਰਜੀਤ ਸਿੰਘ ਨੂੰ ਪਛਾਣ ਲਿਆ ਅਤੇ ਬੋਲਿਆ, ਬਾਬਾ ਜੀ, ਇਹ ਬੰਦਾ ਪੱਕਾ ਕਮਿਊਨਿਸਟ ਕਿੱਥੋਂ ਲਈ ਫਿਰਦੇ ਹੋ? ਸ੍ਰੀ ਹਜ਼ੂਰ ਧੰਨ ਧੰਨ ਬਾਬਾ ਮੀਹਾਂ ਸਿੰਘ ਜੀ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਬਚਨ ਕੀਤਾ, ਸਾਨੂੰ ਤਾਂ ਗੁਰਮੁਖ ਦਿਸਦਾ ਹੈ। ਹੌਲੀ ਹੌਲੀ ਸ੍ਰੀ ਹਜ਼ੂਰ ਧੰਨ ਧੰਨ ਬਾਬਾ ਮੀਹਾਂ ਸਿੰਘ ਜੀ ਸਿਆੜ ਸਾਹਿਬ ਵਾਲਿਆਂ ਜੀ ਤੇ ਸੂਬੇਦਾਰ ਸੁਰਜੀਤ ਸਿੰਘ ਜੀ ਦੀ ਸ਼ਰਧਾ ਵੱਧਦੀ ਗਈ। ਸੂਬੇਦਾਰ ਸੁਰਜੀਤ ਸਿੰਘ ਜੀ ਦੇ ਮਨ ਵਿੱਚ ਇਹ ਫੁਰਨਾ ਬਣਿਆ ਕਿ ਸ੍ਰੀ ਹਜ਼ੂਰ ਬਾਬਾ ਜੀ ਦੇ ਆਪਣੇ ਗ੍ਰਹਿ ਵਿਖੇ ਚਰਨ ਪੁਆਏ ਜਾਣ। ਇਹਨਾਂ ਦਿਨਾਂ ਵਿੱਚ ਸੂਬੇਦਾਰ ਸੁਰਜੀਤ ਸਿੰਘ ਜੀ ਦੀ ਪੋਸਟਿੰਗ ਅੰਬਾਲਾ ਵਿਖੇ ਸੀ। ਸ੍ਰੀ ਹਜ਼ੂਰ ਬਾਬਾ ਜੀ ਨੇ ਦਿੱਲੀ ਨੂੰ ਜਾਣਾ ਸੀ। ਉਹਨਾਂ ਦਿਨਾਂ ਵਿੱਚ ਭਾਈ ਸਰਵੰਤ ਸਿੰਘ ਜੀ ਲੁਧਿਆਣਾ ਵਾਲੇ, ਜਿਨ੍ਹਾਂ ਨੂੰ ਸਰਦਾਰ ਜੀ ਕਹਿੰਦੇ ਹਨ, ਉਹ ਬਾਬਾ ਜੀ ਦੀ ਜੀਪ ਦੇ ਡਰਾਈਵਰ ਹੁੰਦੇ ਸਨ। ਸੂਬੇਦਾਰ ਸੁਰਜੀਤ ਸਿੰਘ ਜੀ ਨੇ ਭਾਈ ਸਰਵੰਤ ਸਿੰਘ ਜੀ ਪਾਸ ਬੇਨਤੀ ਕੀਤੀ ਕਿ ਦਿੱਲੀ ਨੂੰ ਜਾਂਦੇ ਹੋਏ ਅੰਬਾਲਾ ਗ੍ਰਹਿ ਵਿਖੇ ਬਾਬਾ ਜੀ ਦੇ ਚਰਨ ਪੁਆ ਦੇਣ। ਭਾਈ ਸਰਵੰਤ ਸਿੰਘ ਜੀ ਨੇ ਸ੍ਰੀ ਹਜ਼ੂਰ ਬਾਬਾ ਜੀ ਕੋਲੋਂ ਆਗਿਆ ਲੈ ਲਈ। ਨਿਸ਼ਚਿਤ ਦਿਨ ਤੇ ਅੰਬਾਲਾ ਵਿਖੇ ਸ੍ਰੀ ਹਜ਼ੂਰ ਬਾਬਾ ਜੀ ਸੰਗਤ ਸਮੇਤ ਸੂਬੇਦਾਰ ਸੁਰਜੀਤ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਗਏ।
ਸਭ ਤੋਂ ਪਹਿਲਾਂ ਸੂਬੇਦਾਰ ਸੁਰਜੀਤ ਸਿੰਘ ਨੇ ਨਮਸਕਾਰ ਕੀਤੀ ਅਤੇ ਚਰਨਾਂ ਵੱਲ ਨੂੰ ਝੁਕੇ। ਗੁਰੂ ਆਖਿਆ ਜੀ, ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਨਹਾਰ, ਨਾਮ ਸਤ ਸਤ ਧਿਆਵਨਹਾਰ। ਸ੍ਰੀ ਹਜ਼ੂਰ ਬਾਬਾ ਜੀ ਨੂੰ ਕੁਰਸੀ ਉੱਪਰ ਬਿਠਾ ਕੇ ਬਾਬਾ ਜੀ ਦਾ ਜੋੜਾ ਅਤੇ ਜੁਰਾਬਾਂ ਉਤਾਰ ਕੇ ਚਰਨ ਧੋਤੇ। ਚਰਨਾਂ ਹੇਠ ਚਿਰਮਚੀ ਰੱਖ ਕੇ ਸੂਬੇਦਾਰ ਸੁਰਜੀਤ ਸਿੰਘ ਦੀ ਸੁਪਤਨੀ ਮਾਤਾ ਹਰਬੰਸ ਕੌਰ ਜੀ ਨੇ ਗੜਵੀ ਨਾਲ ਬਾਬਾ ਜੀ ਦੇ ਸੱਜੇ ਚਰਨ ਉੱਤੇ ਪਾਣੀ ਪਾਇਆ ਅਤੇ ਸੂਬੇਦਾਰ ਸੁਰਜੀਤ ਸਿੰਘ ਜੀ ਨੇ ਚਰਨ ਧੋਤਾ। ਫਿਰ ਖੱਬੇ ਚਰਨ ਉੱਤੇ ਸੂਬੇਦਾਰ ਸੁਰਜੀਤ ਸਿੰਘ ਨੇ ਪਾਣੀ ਪਾਇਆ ਅਤੇ ਇਹਨਾਂ ਦੀ ਸੁਪਤਨੀ ਮਾਤਾ ਹਰਬੰਸ ਕੌਰ ਜੀ ਨੇ ਚਰਨ ਧੋਤਾ। ਗੁਰੂ ਵਾਕ ਹੈ ਜੀ, ਚਰਨ ਸਾਧ ਕੇ ਤੋਏ ਤੋਏ ਪੀਓ, ਅਰਬ ਸਾਧ ਕੋ ਆਪਣਾ ਜੀਓ। ਇਸ ਤੋਂ ਬਾਅਦ ਬਾਬਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਦੇ ਦਰਸ਼ਨ ਕਰਵਾਏ। ਸ੍ਰੀ ਹਜ਼ੂਰ ਬਾਬਾ ਜੀ ਸਤਿਗੁਰੂ ਜੀ ਦਾ ਕਮਰਾ ਵੇਖ ਕੇ ਅਤੀ ਪ੍ਰਸੰਨ ਹੋਏ ਅਤੇ ਬਚਨ ਕੀਤਾ, ਗ੍ਰਹਿਸਤੀ ਲਈ ਇੰਨਾ ਬਹੁਤ ਸੋਹਣਾ ਹੈ। ਸਾਰੀ ਸੰਗਤ ਨੂੰ ਲੰਗਰ ਛਕਾਇਆ ਗਿਆ। ਇਸ ਉਪਰੰਤ ਸੂਬੇਦਾਰ ਸੁਰਜੀਤ ਸਿੰਘ ਨੇ ਪਰਮ ਸਤਿਕਾਰਯੋਗ ਸ੍ਰੀ ਹਜ਼ੂਰ ਬਾਬਾ ਜੀ ਨੂੰ ਇੱਕ ਸਫੈਦ ਦਸਤਾਰ ਭੇਟ ਕੀਤੀ। ਸ੍ਰੀ ਹਜ਼ੂਰ ਬਾਬਾ ਜੀ ਨੇ ਬਚਨ ਕੀਤਾ, ਸਾਨੂੰ ਆ ਗਈ, ਬਹੁਤ ਸੋਹਣੀ ਹੈ। ਅਤੇ ਇਹ ਦਸਤਾਰ ਭਾਈ ਗੁਰਚਰਨਜੀਤ ਸਿੰਘ, ਜੋ ਪਿਤਾ ਜੀ ਦੇ ਸਭ ਤੋਂ ਛੋਟੇ ਪੁੱਤਰ ਹਾਲੇ ਮਾਤਾ ਜੀ ਦੀ ਗੋਦੀ ਵਿੱਚ ਹੀ ਸਨ, ਉਹਨਾਂ ਦੇ ਸੀਸ ਉੱਪਰ ਰੱਖ ਦਿੱਤੀ। ਸ੍ਰੀ ਹਜ਼ੂਰ ਬਾਬਾ ਜੀ ਨੇ ਆਉਣ ਵਾਲੇ ਸਮੇਂ ਲਈ ਉਦੋਂ ਹੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਇਹ ਸਾਰਾ ਕੁਝ ਤਾਂ ਸ੍ਰੀ ਹਜ਼ੂਰ ਬਾਬਾ ਮੀਹਾ ਸਿੰਘ ਜੀ ਆਪ ਹੀ ਜਾਣਦੇ ਹਨ। ਗੁਰੂ ਵਾਕ ਹੈ ਜੀ, ਆਪ ਬੁਝਾਏ ਸੋਈ ਬੂਝੇ, ਜਿਸ ਆਪ ਸੁਝਾਏ ਤਿਸ ਸਭ ਕਿਛ ਸੂਝੇ। ਸ੍ਰੀ ਹਜ਼ੂਰ ਧੰਨ ਧੰਨ ਬਾਬਾ ਮੀਹਾ ਸਿੰਘ ਜੀ ਨੂੰ ਅਤੇ ਸੰਗਤ ਨੂੰ ਅੰਬਾਲਾ ਦੀ ਸੰਗਤ ਨੇ ਦਿੱਲੀ ਲਈ ਖੁਸ਼ੀ-ਖੁਸ਼ੀ ਵਿਦਾ ਕੀਤਾ। ਗੁਰਮੁਖ ਪਰਉਪਕਾਰੀ ਵਿਰਲਾ ਆਇਆ। ਪਰਉਪਕਾਰ ਤਾਂ ਪਿਤਾ ਜੀ ਦੇ ਸੁਭਾਅ ਵਿੱਚ ਸ਼ੁਰੂ ਤੋਂ ਹੀ ਸੀ। ਆਪਣੇ 4 ਪੁੱਤਰਾਂ ਵਿੱਚੋਂ ਪਿਤਾ ਜੀ ਨੇ ਆਪਣਾ ਸਭ ਤੋਂ ਵੱਡਾ ਪੁੱਤਰ ਉਸਦੇ ਨਾਨਕਿਆਂ ਨੂੰ ਗੋਦ ਵਿੱਚ ਦੇ ਦਿੱਤਾ ਸੀ ਅਤੇ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਸਿਆੜ ਸਾਹਿਬ ਬਾਬਾ ਜੀ ਪਾਸ ਰਹਿ ਕੇ ਸੇਵਾ ਕਰਨ ਲਈ ਛੱਡ ਦਿੱਤਾ ਸੀ। ਅੱਗੇ ਜਾ ਕੇ ਜਿਸ ਨੂੰ ਬਾਬਾ ਜੀ ਦੇ ਮੁੱਖ ਸਥਾਨ ਸ਼੍ਰੀ ਨਾਨਕਸਰ ਆਸ਼ਰਮ ਠਾਠ ਸਿਆੜ ਸਾਹਿਬ ਵਿਖੇ ਹੈੱਡ ਗ੍ਰੰਥੀ ਸਾਹਿਬ ਦੀ ਸੇਵਾ ਮਿਲੀ। ਪਰਉਪਕਾਰਾਂ ਦੀ ਅਤੇ ਦੇਸ਼ ਪ੍ਰਤੀ ਸੇਵਾ ਦੀ ਮਨਸਾ ਨਾਲ ਪਿਤਾ ਜੀ ਨੇ ਆਪਣੇ 3 ਪੁੱਤਰਾਂ ਦਾ ਨਾਮ ਵੀ ਫੌਜ ਦੇ ਰੈਂਕ ਦੇ ਹਿਸਾਬ ਨਾਲ ਜਰਨੈਲ ਸਿੰਘ, ਕਰਨੈਲ ਸਿੰਘ ਅਤੇ ਮੇਜਰ ਸਿੰਘ ਰੱਖਿਆ। ਪਿਤਾ ਜੀ ਦੇ ਮਨ ਵਿੱਚ ਇੱਛਾ ਸੀ ਕਿ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਜੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਕੌਮ ਦੀ ਸੇਵਾ ਕਰੇ, ਜੋ ਆਪ ਜੀ ਦੇ ਪੋਤਰੇ ਸਰਦਾਰ ਪਵਿੱਤਰ ਸਿੰਘ ਨੇ ਕੈਨੇਡਾ ਦੀ 에ਅਰ ਫੋਰਸ ਵਿੱਚ ਭਰਤੀ ਹੋ ਕੇ ਪੂਰੀ ਕੀਤੀ ਅਤੇ ਪਿਤਾ ਜੀ ਤੋਂ ਖੁਸ਼ੀਆਂ ਲਈਆਂ। ਪਿਤਾ ਜੀ ਦੀ ਸਾਖ ਸਕੀਰੀਆਂ ਵਿੱਚੋਂ ਜਾਂ ਕੋਈ ਵੀ ਲੋੜਵੰਦ ਨੂੰ ਜੇ ਕਿਸੇ ਕਿਸਮ ਦੀ ਲੋੜ ਹੁੰਦੀ ਤਾਂ ਪਿਤਾ ਜੀ ਉਹਨਾਂ ਦਾ ਸਹਾਰਾ ਬਣਨ ਲਈ ਹਮੇਸ਼ਾ ਤਤਪਰ ਰਹਿੰਦੇ।
ਪਿਤਾ ਜੀ ਨੇ ਆਪਣੇ ਭਤੀਜੇ ਦੇ ਗੁਜ਼ਰ ਜਾਣ ਉਪਰੰਤ ਆਪਣੀ ਭਤੀਜ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਆਪਣੇ ਪਰਿਵਾਰ ਸਮਝ ਕੇ ਪਾਲਿਆ ਅਤੇ ਪਿਆਰ ਦਿੱਤਾ। ਪਿਤਾ ਜੀ ਨੇ ਧੰਨ ਧੰਨ ਸ੍ਰੀ ਹਜ਼ੂਰ ਸਿਆੜ ਸਾਹਿਬ ਵਾਲੇ ਬਾਬਾ ਜੀ ਦੇ ਬਚਨਾਂ ਨੂੰ ਹੀ ਆਪਣਾ ਮਿਸ਼ਨ ਸਮਝ ਕੇ ਸਾਰੀ ਜ਼ਿੰਦਗੀ ਧੰਨ ਗੁਰੂ ਨਾਨਕ ਦਾ ਹੋਕਾ ਦਿੱਤਾ। ਆਪ ਜੀ ਦੀ ਸੰਗਤ ਦਾ ਅਸਰ ਐਸਾ ਸੀ ਕਿ ਆਪ ਜੀ ਨੇ ਕਈ ਫੌਜੀ ਵੀਰਾਂ ਨੂੰ ਵੀ ਬਾਬਾ ਜੀ ਦੀ ਸੰਗਤ ਨਾਲ ਜੋੜਿਆ। ਜਦੋਂ ਪਿਤਾ ਜੀ ਦੀ ਡਿਊਟੀ ਕਲਕੱਤੇ ਸ਼ਹਿਰ ਵਿੱਚ ਸੀ, ਉੱਥੇ ਆਪ ਜੀ ਦੀ ਮੁਲਾਕਾਤ ਸੂਬੇਦਾਰ ਗੁਰਬਚਨ ਸਿੰਘ ਜੀ ਨਾਲ ਹੋਈ। ਪਿਤਾ ਜੀ ਸੂਬੇਦਾਰ ਗੁਰਬਚਨ ਸਿੰਘ ਜੀ ਨਾਲ ਮਿਲ ਕੇ ਉੱਥੋਂ ਦੀਆਂ ਸੰਗਤਾਂ ਤੋਂ ਪਾਠ ਕਰਵਾਉਂਦੇ ਅਤੇ ਸੰਗਤਾਂ ਨੂੰ ਸਿੱਖੀ ਨਾਲ ਜੋੜਦੇ। ਇਹ ਸਿਲਸਿਲਾ 1 ਸਾਲ ਤੱਕ ਚੱਲਦਾ ਰਿਹਾ। ਸੂਬੇਦਾਰ ਗੁਰਬਚਨ ਸਿੰਘ ਜੀ ਅਸਲ ਬਰੇਲੀ ਦੇ ਵਸਨੀਕ ਸਨ ਤੇ ਜਦੋਂ ਬਰੇਲੀ ਵਾਪਸ ਆਏ ਤਾਂ ਉਹਨਾਂ ਨੇ ਉੱਥੇ ਜਾ ਕੇ ਪਿਤਾ ਜੀ ਨੂੰ ਬਰੇਲੀ ਆਉਣ ਲਈ ਕਿਹਾ ਅਤੇ ਪਿਤਾ ਜੀ ਵੀ ਜਲਦ ਹੀ ਉਹਨਾਂ ਦੀ ਗੱਲ ਮੰਨ ਕੇ ਬਰੇਲੀ ਪਹੁੰਚ ਗਏ। ਬਰੇਲੀ ਪਹੁੰਚ ਕੇ ਸੰਗਤਾਂ ਪਾਸ ਜਾ ਕੇ ਘਰ ਘਰ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਕਰਵਾਏ। ਘਰ ਘਰ ਜਾ ਕੇ ਗੁਟਕਾ ਸਾਹਿਬ ਅਤੇ ਸਿਮਰਨੇ ਵੰਡੇ। ਇੱਕ ਵਾਰ ਪਿਤਾ ਜੀ ਨੇ ਬਰੇਲੀ ਦੀ ਸੰਗਤ ਨਾਲ ਮਿਲ ਕੇ ਸ੍ਰੀ ਹਜ਼ੂਰ ਧੰਨ ਧੰਨ ਬਾਬਾ ਮੀਆਂ ਸਿੰਘ ਜੀ ਪਾਸ ਬਰੇਲੀ ਆਉਣ ਦੀ ਬੇਨਤੀ ਕੀਤੀ ਤਾਂ ਸ੍ਰੀ ਹਜ਼ੂਰ ਬਾਬਾ ਜੀ ਨੇ ਪਿਤਾ ਜੀ ਨੂੰ ਵਡਿਆਈ ਦੇ ਕੇ ਪਿਤਾ ਜੀ ਨੂੰ ਹੀ ਬਰੇਲੀ ਦੀ ਸੰਗਤ ਦੀ ਜਥੇਦਾਰੀ ਸੌਂਪ ਦਿੱਤੀ। ਪਿਤਾ ਜੀ ਨੇ ਇਸ ਜ਼ਿੰਮੇਵਾਰੀ ਨੂੰ ਆਪਣਾ ਕਰਮ ਬਣਾ ਲਿਆ ਅਤੇ ਉੱਥੋਂ ਦੀ ਸੰਗਤ ਨੂੰ ਸ੍ਰੀ ਹਜ਼ੂਰ ਬਾਬਾ ਜੀ ਦੇ ਉਪਦੇਸ਼ਾਂ ਨਾਲ ਜੋੜਿਆ। गुरु प्यारी साध संगत जी, हमने देखा किस तरह प्यारे पिताजी ने अपने पीरो मुर्शद धन धन बाबा नंद सिंह जी श्री नानक सर कलेरा वाले और धन धन श्री हजूर बाबा मीहा सिंह जी सियाड़ साहिब वालों जी के बचन को सत्य करके जाना और अपना सारा जीवन श्री गुरु नानक साहिब के उपदेश को घर घर तक पहुँचाने में लगाया। पिताजी हमेशा ही संगत को धन धन बाबा नंद सिंह जी का उपदेश दोहराते थे। हर प्राणी को प्रतिदिन 2.5 घंटे नितनेम करना ज़रूरी है। महीने में श्री गुरु ग्रंथ साहिब जी का एक पाठ करना या करवाना, या फिर 50 पाठ श्री सुखमनी साहिब जी के करने, या फिर 250 पाठ श्री जपजी साहिब के करने, या पहली पौड़ी की 6 मालाएं 108 मणकों वाली हर रोज़ नानक होसी भी सच तक फेरनी, या फिर वाहिगुरु शब्द की 80 माला हर रोज़ फेरनी, या फिर राम राम या अल्लाह अल्लाह की 160 माला हर रोज़ फेरनी। पिताजी बड़े प्यार से समझाया करते थे, अगर हम अमृत वेले उठ जाते हैं तो समझो 33% से पास हो गए। अगर अमृत वेले उठकर स्नान कर लिया तो 33% और मिल गए, और यदि अमृत वेले उठकर स्नान करके पाठ सिमरन भजन बंदगी कर ली तो समझो 99% से पास हो गए। पढ़ने वाले बच्चों के लिए श्री जपजी साहिब के पाठ की बहुत महानता बताते थे।
ਗੁਰੂ ਪਿਆਰੀ ਸਾਧ ਸੰਗਤ ਜੀ, ਐਸੀਆਂ ਇੱਕ ਨਹੀਂ ਅਨੇਕਾਂ ਹੀ ਸਾਖੀਆਂ ਹਨ ਜਿਨ੍ਹਾਂ ਵਿੱਚ ਪਿਤਾ ਜੀ ਨੇ ਆਪਣੇ ਉਦਮ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਨਾਮ ਜਪਣ, ਕੀਰਤ ਕਰਨ ਅਤੇ ਵੰਡ ਕੇ ਛਕਣ ਲਈ ਪ੍ਰੇਰਿਆ। ਪਿਤਾ ਜੀ ਤੇ ਬਾਬਾ ਜੀ ਦੀ ਐਸੀ ਬਖਸ਼ਿਸ਼ ਹੋਈ ਕਿ ਤੁਰ ਅੰਦਰ ਤੱਕ ਚਾਨਣ ਪ੍ਰਤੀਤ ਹੋਣ ਲੱਗ ਪਿਆ। ਬਾਣੀ ਨਾਲ ਇੰਨਾ ਪਿਆਰ ਪਿਆ ਕਿ ਉੱਠਦੇ ਬਹਿੰਦੇ ਸਵਾਸ ਨਾਲ ਗੁਰੂ ਮੰਤਰ ਚੱਲਣ ਲੱਗਿਆ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਆਪਣੇ ਗ੍ਰਹਿ ਵਿਖੇ ਕਰਵਾਇਆ ਤੇ ਹਾਜ਼ਰ ਜਾਣ ਕੇ ਨਿਰੰਤਰ ਸੇਵਾ ਕਰਨੀ ਸ਼ੁਰੂ ਕੀਤੀ। ਫੌਜ ਦੀ ਨੌਕਰੀ ਦੌਰਾਨ ਹੀ ਅੰਡੇਮਾਨ ਨਿਕੋਬਾਰ ਦੀਪ ਸਮੂਹ ਤੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਤੇ ਸਤਿਗੁਰਾਂ ਦਾ ਪ੍ਰਕਾਸ਼ ਕਰਕੇ ਸਿੱਖੀ ਦਾ ਬੂਟਾ ਲਾ ਦਿੱਤਾ। ਐਸੇ ਮਨੋਰਥ ਦੀ ਲੜੀ ਤਹਿਤ ਦੇਹਰਾਦੂਨ ਵਿਖੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਤਪ ਸਥਾਨ ਦੀ ਸੇਵਾ, ਜਿਸ ਦੀ ਵਾੜ ਸ੍ਰੀ ਹਜ਼ੂਰ ਬਾਬਾ ਜੀ ਤੋਂ ਆਪ ਬਾਬਾ ਨੰਦ ਸਿੰਘ ਜੀ ਨੇ ਕਰਵਾਈ ਸੀ, ਉਸੇ ਸਥਾਨ ਦੀ ਸ਼ੁਰੂਆਤੀ ਸਮੇਂ ਵਿੱਚ ਪਿਤਾ ਜੀ ਨੂੰ ਸੇਵਾ ਕਰਨ ਦਾ ਸੁਭਾਗ ਮਿਲਿਆ। ਬਾਣੀ ਪੜ੍ਹਨ ਦਾ ਚਾਅ ਹੀ ਖੇੜੇ ਤੇ ਉਤਸ਼ਾਹ ਦੀ ਜੜ ਬਣਦਾ ਹੈ। ਨਿਤਨੇਮ ਡਿਊਟੀਆਂ ਤੇ ਆਪਣੇ ਤੋਂ ਪਹਿਲੇ ਪਾਠੀ ਨੂੰ 15 ਮਿੰਟ ਪਹਿਲਾਂ ਛੱਡਣਾ। ਇੱਕ ਵਾਰ ਦਾ ਜ਼ਿਕਰ ਹੈ ਕਿ ਸ੍ਰੀ ਹਜ਼ੂਰ ਧੰਨ ਧੰਨ ਬਾਬਾ ਮੀਹਾ ਸਿੰਘ ਜੀ ਦਾ ਨਿਜ ਸਰੂਪ ਸ੍ਰੀ ਹਜ਼ੂਰ ਧੰਨ ਧੰਨ ਬਾਬਾ ਹਰਨੇਕ ਸਿੰਘ ਜੀ ਨੇ ਪਿਤਾ ਜੀ ਨੂੰ ਆਪਣੀ ਰੌਲ ਵੱਲ ਦੌੜ ਕੇ ਜਾਂਦਿਆਂ ਨੂੰ ਦੇਖ ਕੇ ਪਹਿਲਾਂ ਮੁਸਕਰਾਏ ਤੇ ਪਿਤਾ ਜੀ ਦੇ ਪਰਥਾਏ ਇਹ ਬਚਨ ਕੀਤਾ ਕਿ ਸਮੇਂ ਨੂੰ ਹੱਥ ਵਿੱਚ ਰੱਖ ਕੇ ਕੰਮ ਕਰਨ ਦੀ ਜਾਂਚ ਫੌਜੀਆਂ ਦੇ ਹੀ ਹਿੱਸੇ ਹੈ। ਪਿਤਾ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਆਂਢ ਗੁਆਂਢ ਦੇ ਘਰਾਂ 'ਚ ਜਾ ਕੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਉੱਠ ਜਾਓ ਮੇਰੇ ਬਾਬਾ ਜੀ ਦੇ ਪਿਆਰੇ ਪਿਆਰੇ ਬੱਚਿਓ, ਅੰਮ੍ਰਿਤ ਵੇਲਾ ਹੋ ਗਿਆ ਹੈ। ਬਾਬਾ ਜੀ ਦੀਆਂ ਨਿੱਕੀਆਂ ਨਿੱਕੀਆਂ ਚਿੜੀਆਂ ਵੀ ਉੱਠ ਗਈਆਂ ਹਨ, ਬਾਬਾ ਜੀ ਨੂੰ ਕੀਰਤਨ ਸੁਣਾ ਰਹੀਆਂ ਹਨ। ਉੱਠ ਜਾਓ ਮੇਰੇ ਬੱਚਿਓ, ਬਾਣੀ ਪੜ੍ਹੀਏ। ਇਸ ਤਰ੍ਹਾਂ ਹੌਕਾ ਦੇ ਕੇ ਸੰਗਤਾਂ ਨੂੰ ਜਗਾਉਂਦੇ ਅਤੇ ਪਿੰਡ ਦੀਆਂ ਸੰਗਤਾਂ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਉਂਦੇ। ਪਿਤਾ ਜੀ ਦੀ ਲਾਈ ਫੁਲਵਾੜੀ ਅੱਜ ਵੀ ਪਿਤਾ ਜੀ ਦੇ ਗ੍ਰਹਿ ਵਿਖੇ ਆ ਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਨ। ਸਾਧੂ ਦੀ ਸੰਗਤ ਹੀ ਜੀਵਨ ਦੇ ਬਦਲਣ ਦਾ ਆਧਾਰ ਬਣਦੀ ਹੈ। ਸ੍ਰੀ ਹਜ਼ੂਰ ਧੰਨ ਧੰਨ ਬਾਬਾ ਮੀਹਾ ਸਿੰਘ ਜੀ ਸਿਆੜ ਸਾਹਿਬ ਵਾਲਿਆਂ ਜੀ ਦੇ ਇੱਕ ਬਚਨ ਨੇ ਹੀ ਪਿਤਾ ਜੀ ਦਾ ਜੀਵਨ ਲੋਹੇ ਤੋਂ ਸੋਨੇ ਦਾ ਕਰ ਦਿੱਤਾ, ਪਰ ਇਹ ਸੋਨਾ ਤਾਂ ਪਾਰਸ ਬਣ ਕੇ ਚਮਕਿਆ। ਆਪਣੇ ਆਸ-ਪਾਸ ਸਕੇ ਸੰਬੰਧੀਆਂ ਜਾਣਕਾਰਾਂ ਨੂੰ ਗੁਰਬਾਣੀ ਨਾਲ ਜੋੜਿਆ ਤੇ ਨਿਤਨੇਮ ਦਾ ਜਾਗ ਲਗਾਇਆ। ਬਾਬਾ ਜੀ ਦੀ ਲਗਾਈ ਡਿਊਟੀ ਵਿਸ਼ੇ ਵਸਤੂਆਂ ਤੋਂ ਉਪਰਾਮ ਹੋ ਕੇ ਗ੍ਰਹਿਸਥ ਜੀਵਨ ਵਿੱਚ ਰਹਿ ਕੇ ਤਨ ਮਨ ਅਤੇ ਧਨ ਨਾਲ ਨਿਭਾਈ ਅਤੇ ਬਾਬਾ ਜੀ ਦਾ ਹੁਕਮ ਜਿੱਥੇ ਆਪ ਸਤ ਕਰਕੇ ਜਾਣਿਆ, ਉੱਥੇ ਉਹਨਾਂ ਦੇ ਪਰਿਵਾਰ ਨੇ ਵੀ ਮੰਨਿਆ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਨ ਦੀ ਆਰਜਾ, ਦੂਜਾ ਸਾਹਿਬ ਆਵੇ ਚਿਤ। ਇਹ ਗੁਰਬਾਣੀ ਦੀਆਂ ਪੰਕਤੀਆਂ ਅਕਸਰ ਪਿਤਾ ਜੀ ਦੁਹਰਾਉਂਦੇ ਹੁੰਦੇ ਸਨ ਅਤੇ ਇਹੀ ਪੰਕਤੀਆਂ ਉਹਨਾਂ ਦੇ ਜੀਵਨ ਦਾ ਪ੍ਰਮਾਣ ਬਣੀਆਂ। ਇਸ ਲੰਬੀ ਆਯੂ ਅਤੇ ਸਿਹਤਮੰਦ ਜੀਵਨ ਬਤੀਤ ਕਰਨ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਉਹਨਾਂ ਦੇ ਪਰਿਵਾਰ ਦਾ ਵੀ ਹੈ। ਪਿਤਾ ਜੀ ਦੇ ਧਰਮ ਪਤਨੀ ਮਾਤਾ ਹਰਬੰਸ ਕੌਰ ਜੀ ਨੇ ਗੁਰੂ ਦੀ ਸੇਵਾ ਲਈ ਹਰ ਕਦਮ ਉਹਨਾਂ ਦਾ ਸਾਥ ਦਿੱਤਾ। ਆਪ ਜੀ ਦੇ ਪਰਿਵਾਰ ਦੇ ਸਾਰੇ ਹੀ ਜੀਆਂ ਨੇ, ਚਾਹੇ ਉਹ ਨੂੰਹ ਪੁੱਤਰ ਹੋਣ ਜਾਂ ਪੋਤੇ ਪੋਤੀਆਂ ਹੋਣ, ਸਾਰਿਆਂ ਨੇ ਹੀ ਮਿਲ ਕੇ ਪਿਤਾ ਜੀ ਨੂੰ ਬਹੁਤ ਸਹਿਯੋਗ ਦਿੱਤਾ। ਜਿਸ ਤਰ੍ਹਾਂ ਪਿਤਾ ਜੀ ਨੇ ਆਪਣਾ ਸਾਰਾ ਜੀਵਨ ਆਪਣੇ ਮੁਰਸ਼ਦ ਦੇ ਚਰਨਾਂ ਦੀ ਸੇਵਾ ਵਿੱਚ ਨਿਛਾਵਰ ਕੀਤਾ, ਉਸੇ ਪਿਆਰ ਅਤੇ ਸੇਵਾ ਦੀ ਖੁਸ਼ਬੂ ਉਹਨਾਂ ਦੇ ਪੋਤਰੇ ਗੁਰਮੂਰਤ ਸਿੰਘ ਵਿੱਚ ਆਈ, ਜਿਸ ਨੇ ਆਪਣੇ ਦਾਦਾ ਜੀ ਨੂੰ ਆਪਣਾ ਮੁਰਸ਼ਦ ਸਮਝ ਕੇ ਪੂਜਿਆ ਅਤੇ ਉਹਨਾਂ ਦੀਆਂ ਤੇ ਸੰਗਤਾਂ ਦੀਆਂ ਖੁਸ਼ੀਆਂ ਲਈਆਂ। ਐਸੇ ਗੁਰਸਿੱਖਾਂ ਦੇ ਜੀਵਨ ਦੇ ਨਾਲ ਜੁੜਨਾ, ਪ੍ਰੇਰਿਤ ਹੋਣਾ ਸਾਡੀ ਸਾਰੀ ਸੰਗਤ ਦੀ ਖੁਸ਼ਨਸੀਬੀ ਹੈ ਕਿ ਸਾਡੇ ਸਮਿਆਂ ਵਿੱਚ ਐਸੇ ਗੁਰਸਿੱਖ ਦੀ ਜੀਵਨ ਝਲਕ ਅਸੀਂ ਦੇਖੀ, ਜਿਨ੍ਹਾਂ ਨੇ ਬਾਬਾ ਜੀ ਦੇ ਹੁਕਮ ਤੇ ਆਪਣਾ ਜੀਵਨ ਬਸਰ ਕੀਤਾ ਅਤੇ ਦੂਸਰਿਆਂ ਨੂੰ ਵੀ ਸੱਚਾ ਮਾਰਗ ਦਿਖਾਇਆ।
ਪਿਆਰੀ ਸਾਧ ਸੰਗਤ ਜੀ, ਆਓ ਆਪਾਂ ਸਾਰੇ ਮਿਲ ਕੇ ਪਿਤਾ ਜੀ ਦੇ ਜੀਵਨ ਦਾ ਫਲਸਫਾ ਘਰ ਘਰ ਅੰਦਰ ਧਰਮਸਾਲ ਜੋ ਉਹਨਾਂ ਨੇ ਆਪਣੇ ਜੀਵਨ ਵਿੱਚ ਲਾਗੂ ਕੀਤਾ, ਆਪਾਂ ਵੀ ਸਤਿਗੁਰਾਂ ਪਾਸੋਂ ਉਸੇ ਮਾਰਗ ਤੇ ਚੱਲਣ ਦੀ ਸਮਰੱਥਾ ਮੰਗੀਏ। ਇਹੀ ਸਾਡੇ ਪਿਆਰੇ ਪਿਤਾ ਜੀ ਨੂੰ ਸੱਚੀ ਸ਼ਰਧਾਂਜਲੀ ਅਤੇ ਸਰਦਾ ਸਤਿਕਾਰ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘਰ ਘਰ ਅੰਦਰ ਧਰਮਸਾਲ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ, ਹੋਵੇ ਕੀਰਤਨ ਸਦਾ ਵਸੋਆ। ਘਰ ਘਰ ਅੰਦਰ ਧਰਮਸਾਲ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ, ਹੋਵੇ ਕੀਰਤਨ ਸਦਾ ਵਸੋਆ। ਘਰ ਘਰ ਅੰਦਰ ਧਰਮਸਾਲ, ਘਰ ਘਰ ਅੰਦਰ ਧਰਮਸਾਲ। ਫੇਰ ਵੇਲਾ ਬੀਤ ਜਾਊਗਾ, ਨਾਮ ਜਪਦਾ ਨਮਾਣੀ ਜਾਂਦੇ ਮੈਰੀਏ। ਫੇਰ ਵੇਲਾ ਬੀਤ ਜਾਊਗਾ, ਜਿੰਦੇ ਮੇਰੀਏ। ਫੇਰ ਵੇਲਾ ਬੀਤ ਜਾਊਗਾ, ਉਹਦੇ ਨਾਮ ਨੇ ਸਹਾਇਤਾ ਕਰਨੀ, ਜਿਤ ਨ ਕੋਈ ਮਾਲ ਬਿਦਾ। ਉਹਦੇ ਨਾਮ ਨੇ ਸਹਾਇਤਾ ਕਰਨੀ, ਜਿਤ ਨ ਕੋਈ ਮਾਲ ਬਿਦਾ। ਨਾਮ ਨੇ ਸਹਾਇਤਾ ਕਰਨੀ, ਜਿਤ ਨ ਕੋਈ ਮਾਲ ਬਿਦਾ। ਨਾਮ ਨੇ ਸਹਾਇਤਾ ਕਰਨੀ, ਜਿਤੇ ਨ ਕੋਈ ਧੰਨ ਗੁਰੂ ਨਾਨਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ। ਵਾਹ ਭਾਈ ਯਾਦਾਂ ਤੇਰੀਆਂ ਆਉਂਦੀਆਂ ਨੇ ਸਾਨੂੰ, ਯਾਦਾਂ ਤੇਰੀਆਂ ਆਉਂਦੀਆਂ ਨੇ ਸਾਨੂੰ, ਯਾਦਾਂ ਨਾਲ ਤੇਰੇ ਜੋ ਗੁਜ਼ਾਰੀਆਂ ਨੇ, ਜਾਂਦੀਆਂ ਨਾ ਸਾਥੋਂ ਵਿਸਾਰੀਆਂ ਨੇ। ਨਾਲ ਤੇਰੇ ਜੋ ਗੁਜ਼ਾਰੀਆਂ ਨੇ, ਜਾਂਦੀਆਂ ਨਾ ਸਾਥੋਂ ਵਿਸਾਰੀਆਂ ਨੇ।